Good morning, students. I am Dr. Gitanjali Arora from Department of Music Instrumental. Today, our topic is meaning, definition, and types of नाद. सो स्टूडेंट्स, सब तो पहला आप ये डिस्कस करांगे कि नाद है की। नाद संगीत का आधार है, मतलब कि गायन, वादन, नृत्य संगीत ਦੀਆਂ ਜਿਹੜੀਆਂ ਤਿੰਨੋਂ ਕਲਾਵਾਂ ਨੇ, ਇਹਨਾਂ ਦਾ ਜਿਹੜਾ ਆਧਾਰ ਹੈ ਉਹ ਨਾਦ ਨੂੰ ਮੰਨਿਆ ਗਿਆ ਹੈ। ਨਾਦ ਦਾ ਸਾਧਾਰਨ ਅਰਥ ਕੀ ਹੈ? ਆਵਾਜ਼ ਯਾਨੀ ਸਾਊਂਡ। ਤੇ ਆਵਾਜ਼ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਉਹ ਜਿਹੜੀ ਸਾਨੂੰ ਸੁਣਨ ਦੇ ਵਿੱਚ ਚੰਗੀ ਨਹੀਂ ਲੱਗਦੀ, ਤੇ ਦੂਸਰੀ ਉਹ ਜਿਹੜੀ ਸੁਣਨ ਦੇ ਵਿੱਚ ਬਹੁਤ ਚੰਗੀ ਲੱਗਦੀ ਹੈ। ਜਿਹੜੀ ਆਵਾਜ਼ ਚੰਗੀ ਨਹੀਂ ਲੱਗਦੀ ਉਹਨੂੰ ਸੰਗੀਤ ਦੀ ਭਾਸ਼ਾ ਦੇ ਵਿੱਚ ਸ਼ੋਰ ਮੰਨਿਆ ਜਾਂਦਾ ਹੈ। ਤੇ ਦੂਸਰੀ ਆਵਾਜ਼ ਉਹ ਹੁੰਦੀ ਹੈ ਜੋ ਸਾਡੇ ਕੰਨਾਂ ਨੂੰ ਸੁਣਨ ਦੇ ਵਿੱਚ ਬੜੀ ਮధుਰ ਲੱਗਦੀ ਹੈ, ਉਹਨੂੰ ਸੁਣਨ ਦੇ ਵਿੱਚ ਵੀ ਆਨੰਦ ਆਉਂਦਾ ਹੈ। ਤੇ ਮధుਰ ਆਵਾਜ਼ਾਂ ਨੂੰ ਭਿੰਨ ਤਰ੍ਹਾਂ ਨਾਲ ਸੰਗੀਤ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਤੇ ਇਹੀ ਜਿਹੜੀਆਂ ਮధుਰ ਆਵਾਜ਼ਾਂ ਨੇ ਇਹ ਸੰਗੀਤ ਦਾ ਆਧਾਰ ਬਣਦੀਆਂ ਨੇ। ਤੇ ਸੰਗੀਤ ਦੀ ਦ੍ਰਿਸ਼ਟੀ ਤੋਂ ਇਹ ਦੋਨੋਂ ਪ੍ਰਕਾਰ ਦੀਆਂ ਜਿਹੜੀਆਂ ਆਵਾਜ਼ਾਂ ਨੇ, ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇੱਕ ਆਵਾਜ਼ ਹੈ ਜਿਹੜੀ ਸੰਗੀਤ ਉਪਯੋਗੀ ਆਵਾਜ਼ ਜਾਂ ਨਾਦ, ਤੇ ਦੂਸਰੀ ਹੈ ਜਿਹੜੀ ਉਹ ਸੰਗੀਤ ਅਨੁਪਯੋਗੀ ਆਵਾਜ਼ ਜਾਂ ਸ਼ੋਰ। ਸੋ ਆਪਾਂ ਇਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਡਿਸਕਸ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਸਾਨੂੰ ਜਿਹੜੀ ਡੈਫੀਨੇਸ਼ਨ ਮਿਲਦੀ ਹੈ ਪੰਡਿਤ ਸ਼ਾਰੰਗਦੇਵ ਦੇ ਗ੍ਰੰਥ ਸੰਗੀਤ ਰਤਨਾਕਰ ਦੇ ਵਿੱਚ, ਜੋ ਕਿ 13ਵੀਂ ਸ਼ਤਾਬਦੀ ਦੇ ਵਿੱਚ ਲਿਖਿਆ ਗਿਆ ਸੀਗਾ। ਇਹਦੇ ਅਨੁਸਾਰ ਨਕਾਰਮ ਪ੍ਰਾਣਾਨਾਮਾਨਮ ਦਕਾਰਮਲਮ ਵਿਦੁਹ ਜਾਤਾ ਪ੍ਰਾਣਾਗਨੀ ਸੰਯੋਗਤੇਨ ਨਾਦੋਮੀ ਧੀਅਤੇ। ਇਹਦਾ ਅਰਥ ਇਹ ਹੋਇਆ ਕਿ ਜਿਹੜਾ ਨਾਦ ਸ਼ਬਦ ਹੈ ਇਹਦੀ ਰਚਨਾ ਦੋ ਅੱਖਰਾਂ ਦੇ ਮੇਲ ਤੋਂ ਹੋਈ ਹੈ, ਨ ਪਲਸ ਦ। ਇਹਨਾਂ ਦੋਨਾਂ ਦਾ ਸੰਯੋਗ ਬਣਿਆ ਨਾਦ। ਤੇ ਨ ਹੈ ਜਿਹੜਾ ਇਸ ਅੱਖਰ ਤੋਂ ਨਕਾਰ ਭਾਵ ਪ੍ਰਾਣ ਵਾਯੂ ਹੈ ਜਿਹੜੀ, ਇਹ ਉਹਦਾ ਸੂਚਕ ਹੈ ਜਿਹੜਾ ਨ ਅਕਸ਼ਰ ਹੈ। ਔਰ ਦ ਹੈ, ਦ ਤੋਂ ਭਾਵ ਕੀ ਹੈ? ਅਗਨੀਵਾਚਕ। ਇਸੇ ਤਰੀਕਾ ਨਾਲ ਨਾਦ ਦੀ ਜਿਹੜੀ ਪਰਿਭਾਸ਼ਾ ਹੈ ਉਹਦਾ ਮਹੱਤਵ ਹੈ ਉਹ 'ਤੇ ਰੋਸ਼ਨੀ ਪਾਉਂਦੇ ਹੋਏ ਪੰਡਿਤ ਲੋਚਨ ਨੇ ਇਹਨਾਂ ਨੇ ਆਪਣੇ ਗ੍ਰੰਥ ਰਾਗ ਤਰੰਗਨੀ ਦੇ ਵਿੱਚ ਲਿਖਿਆ ਹੈ ਕਿ ਨਾ ਨਾਦੇਨ ਬਿਨਾ ਗੀਤਮ, ਨਾ ਨਾਦੇਨ ਬਿਨਾ ਸਵਰ, ਨਾ ਨਾਦੇਨ ਬਿਨਾ ਗਿਆਨ, ਨਾ ਨਾਦੇਨ ਬਿਨਾ ਸ਼ਿਵ। ਅਰਥ ਇਹ ਹੈ ਕਿ ਨਾਦ ਤੋਂ ਬਿਨਾ ਨਾ ਤਾਂ ਗੀਤ ਉਤਪੰਨ ਹੋ ਸਕਦਾ ਹੈ, ਤੇ ਨਾ ਹੀ ਨਾਦ ਤੋਂ ਬਿਨਾ ਕੋਈ ਸਵਰ, ਤੇ ਨਾ ਹੀ ਨਾਦ ਤੋਂ ਬਿਨਾ ਕਿਸੇ ਤਰ੍ਹਾਂ ਦਾ ਕੋਈ ਗਿਆਨ ਪ੍ਰਾਪਤ ਹੋ ਸਕਦਾ ਹੈ। ਜਿਹੜਾ ਨਾਦ ਹੈ ਇਸ ਤੋਂ ਬਿਨਾ ਕਿਸੇ ਵੀ ਤਰ੍ਹਾਂ ਦਾ ਕਲਿਆਣ ਸੰਭਵ ਹੀ ਨਹੀਂ ਹੈ। ਇਹ ਨਾਦ ਦੇ ਵਿਸ਼ੇ ਦੇ ਉੱਤੇ ਇਹਨਾਂ ਦੇ ਬਹੁਤ ਹੀ ਮਹੱਤਵਪੂਰਨ ਵਿਚਾਰ ਨੇ ਤੇ ਬੜੀ ਹੀ ਮਹੱਤਵਪੂਰਨ ਡੈਫੀਨੇਸ਼ਨ ਹੈ। ਹੁਣ ਆਪਾਂ ਡਿਸਕਸ ਕਰਾਂਗੇ ਟਾਈਪਸ ਆਫ ਨਾਦ, ਕਿ ਨਾਦ ਦੀਆਂ ਕਿਹੜੀਆਂ ਟਾਈਪਸ ਨੇ ਜਾਂ ਨਾਦ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਤਾਂ ਨਾਦ ਹੈ ਜਿਹੜਾ ਇਹ ਦੋ ਪ੍ਰਕਾਰ ਦਾ ਹੁੰਦਾ ਹੈ, ਇਸ ਦੇ ਦੋ ਭੇਦ ਹਨ। ਫਸਟ ਹੈ ਅਨਾਹਤ ਨਾਦ ਔਰ ਸੈਕਿੰਡ ਹੈ ਆਹਤ ਨਾਦ। ਆਹਤ ਨਾਦ ਜੋ ਕਿ ਨਾਦ ਅਵਿਅਕਤੇ ਸ਼ਬਦੇ ਧਾਤੂ। ਇਹਦਾ ਅਰਥ ਇਹ ਹੋਇਆ ਕਿ ਨਾਦ ਸ਼ਬਦ ਹੈ ਜਿਹੜਾ ਇਹ ਅਵਿਅਕਤ ਹੁੰਦਾ ਹੈ। ਜੋ ਨਾਦ ਬਿਨਾਂ ਕਿਸੇ ਆਘਾਤ ਜਾਂ ਬਿਨਾਂ ਕਿਸੇ ਸੰਘਰਸ਼ ਤੋਂ ਪੈਦਾ ਹੁੰਦਾ ਹੈ, ਬਿਨਾਂ ਕਿਸੇ ਚੋਟ ਤੋਂ ਉਤਪੰਨ ਹੁੰਦਾ ਹੈ, ਜਿਸ ਦੇ ਪੈਦਾ ਹੋਣ ਦਾ ਕੋਈ ਵਿਸ਼ੇਸ਼ ਕਾਰਨ ਵੀ ਨਹੀਂ ਹੁੰਦਾ, ਤੇ ਜੋ ਕੇਵਲ ਗਿਆਨ ਦੇ ਦੁਆਰਾ ਹੀ ਅਸੀਂ ਪਹਿਚਾਣ ਸਕਦੇ ਹਾਂ ਜਾਂ ਉਸ ਨੂੰ ਜਾਣ ਸਕਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਅਨਾਹਤ ਨਾਦ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਅਨਾਹਤ ਨਾਦ ਹੈ ਉਹ ਕਿਸੇ ਚੀਜ਼ ਦੇ ਟਕਰਾਉਣ ਤੋਂ ਬਿਨਾਂ ਹੀ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ, ਜਿਹੜਾ ਕਿ ਬਹੁਤ ਹੀ ਸੂਖਮ ਨਾਦ ਹੁੰਦਾ ਹੈ, ਬਹੁਤ ਹੀ ਜ਼ਿਆਦਾ ਸੂਖਮ ਹੈ। ਤੇ ਇਸ ਨੂੰ ਕੇਵਲ ਗਿਆਨ ਦੁਆਰਾ ਹੀ ਯੋਗੀ ਜਨ ਹੈ ਜਾਂ ਜੋ ਤਪਸਵੀ ਜਨ ਹੈ ਉਹ ਪਹਿਚਾਣ ਸਕਦੇ ਹਨ। ਤੇ ਇਸ ਨਾਦ ਦਾ ਜਿਹੜਾ ਉਪਯੋਗ ਹੈ ਉਹ ਸ਼ਾਸਤਰਾਂ ਅਨੁਸਾਰ ਜਿਹੜੇ ਰਿਸ਼ੀ ਮੁਨੀ ਜਾਂ ਤਪਸਵੀ ਆ ਉਹ ਮੋਕਸ਼ ਪ੍ਰਾਪਤੀ ਦੇ ਲਈ ਕਰਦੇ ਸਨ। ਇਹਦਾ ਕਾਰਨ ਇਹ ਹੈ ਕਿ ਜਦੋਂ ਜਿਹੜੀਆਂ ਯੋਗਿਕ ਕ੍ਰਿਆਵਾਂ ਨੇ ਯਾਨੀ ਯੋਗ, ਤਪ, ਗਿਆਨ, ਧਿਆਨ, ਇਹ ਸਭ ਮਨ ਅਤੇ ਬੁੱਧੀ ਦੀ ਇੱਕ ਵਿਸ਼ੇਸ਼ ਅਵਸਥਾ ਦੇ ਵਿੱਚ ਪਹੁੰਚ ਜਾਂਦੀਆਂ ਨੇ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਨਾਹਤ ਨਾਦ ਦੀਆਂ ਧੁਨੀਆਂ ਹੈ ਉਹਨਾਂ ਨੂੰ ਤਾਂ ਹੀ ਸੁਣਨਾ ਸੰਭਵ ਹੋ ਸਕਦਾ ਹੈ। ਇਸ ਲਈ ਇਹਨੂੰ ਆਪਣੇ ਆਪ ਉਤਪੰਨ ਹੋਣ ਵਾਲਾ ਨਾਦ
ਮੰਨਿਆ ਗਿਆ ਹੈ, ਜਿਸ ਨੂੰ ਕਿ ਸਿਰਫ ਗਿਆਨ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਦੂਸਰੇ ਪ੍ਰਕਾਰ ਦਾ ਜਿਹੜਾ ਨਾਦ ਹੈ ਉਹ ਹੈ ਆਹਤ ਨਾਦ। ਆਹਤ ਨਾਦ ਕੀ ਹੈ? ਹਿਰਦਯੰਗਮ ਯਾਨੀ ਹਿਰਦੇ ਯਾਨੀ ਦਿਲ। ਹਿਰਦੇ ਦੇ ਵਿੱਚ ਹੋਣ ਵਾਲੇ ਜਿਹੜੇ ਨਾਦ ਤੋਂ ਇਲਾਵਾ ਬਾਕੀ ਸਾਰੇ ਨਾਦ ਉਹ ਕੀ ਕਹੇ ਜਾਂਦੇ ਨੇ? ਆਹਤ ਨਾਦ। ਨਾਦ ਦਾ ਇਹ ਜਿਹੜਾ ਦੂਸਰਾ ਇਹ ਬਹੁਤ ਮਹੱਤਵਪੂਰਨ ਪ੍ਰਕਾਰ ਹੈ। ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਇਸ ਨੂੰ ਕਿ ਜਿਹੜਾ ਆਘਾਤ ਮਤਲਬ ਕਿਸੇ ਚੀਜ਼ ਨਾਲ ਚੋਟ ਕਰਨੀ ਜਾਂ ਪ੍ਰਹਾਰ ਕਰਨੀ, ਉਸ ਦੇ ਦੁਆਰਾ ਜਿਹੜਾ ਨਾਦ ਜਾਂ ਸਾਊਂਡ ਪੈਦਾ ਹੁੰਦੀ ਹੈ ਉਹਨੂੰ ਆਹਤ ਨਾਦ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਤਾਲੂ ਹੈ, ਤਾਲੂ ਆਦਿ ਸਥਾਨਾਂ ਦੇ ਵਿੱਚ ਜੀਵ ਹੈ, ਫਿਰ ਪ੍ਰਾਣ ਵਾਯੂ ਹੈ, ਉਹਦਾ ਸੰਚਾਰ ਹੁੰਦਾ ਹੈ। ਤਾਂ ਜੀਵ ਅਤੇ ਪ੍ਰਾਣ ਵਾਯੂ ਦੇ ਜਿਹੜਾ ਆਘਾਤ ਹੈ ਉਹਦੇ ਨਾਲ ਸਾਡੇ ਤਾਲੂ ਤੋਂ ਆਵਾਜ਼ ਪੈਦਾ ਹੁੰਦੀ ਹੈ। ਅਤੇ ਜੇ ਇੰਸਟਰੂਮੈਂਟਸ ਦੀ ਗੱਲ ਕਰੀਏ, ਸਾਰੇ ਪ੍ਰਕਾਰ ਦੇ ਵਾਦਿਆਂ ਵਿੱਚ ਜਾਂ ਸਾਜ਼ਾਂ ਦੇ ਵਿੱਚ ਜਿਹੜੀ ਆਘਾਤ ਪੈਦਾ ਹੁੰਦੀ ਹੈ, ਜੋ ਸਾਊਂਡ ਪੈਦਾ ਹੁੰਦੀ ਹੈ, ਉਹਨੂੰ ਨਾਦ ਮੰਨਦੇ ਹਾਂ ਆਹਤ ਨਾਦ। ਕਿਉਂਕਿ ਜਦੋਂ ਸਵਰਾਂ ਦੀ ਉਤਪੱਤੀ ਹੁੰਦੀ ਹੈ ਤਾਂ ਕਿਸੇ ਨਾ ਕਿਸੇ ਪ੍ਰਕਾਰ ਦੀ ਚੋਟ ਜਾਂ ਆਘਾਤ ਦੇ ਨਾਲ ਜਾਂ ਪ੍ਰਾਣ ਵਾਯੂ ਹੈ ਉਹਦੇ ਸੰਚਾਰ ਦੇ ਨਾਲ ਹੀ ਪੈਦਾ ਹੁੰਦੀ ਹੈ। ਸਵਰਾਂ ਦੀ ਉਤਪੱਤੀ ਆਹਤ ਨਾਦ ਤੋਂ ਹੀ ਹੁੰਦੀ ਹੈ, ਜੋ ਕਿ ਸੰਗੀਤ ਦਾ ਇੱਕ ਆਪਾਂ ਮੁੱਖ ਆਧਾਰ ਮੰਨਦੇ ਹਾਂ ਕਿ ਜਿਹੜੇ ਤੱਤ ਜਾਂ ਤੰਤਰੀ ਵਾਦ ਨੇ ਉਹਨਾਂ ਦੇ ਵਿੱਚੋਂ ਜਿਹੜੀ ਨਾਦ ਉਤਪੰਨ ਹੁੰਦੀ ਹੈ, ਸਾਊਂਡ ਉਤਪੰਨ ਹੁੰਦੀ ਹੈ, ਸਾਰੇ ਸੰਗੀਤ ਸ਼ਾਸਤਰੀਆਂ ਨੇ ਉਹਨੂੰ ਆਹਤ ਨਾਦ ਨੂੰ ਅੱਗੇ ਦੋ ਹੋਰ ਕੈਟੇਗਰੀਜ਼ ਦੇ ਵਿੱਚ ਮੰਨਿਆ ਹੈ। ਇੱਕ ਤਾਂ ਹੈ ਸਰੀਰਕ ਅਤੇ ਦੂਸਰਾ ਵੀਣਾ ਆਦਿ ਇੰਸਟਰੂਮੈਂਟਸ। ਤਾਂ ਇਹ ਨਾਦ ਦੋ ਪ੍ਰਕਾਰ ਨਾਲ ਹੁੰਦਾ, ਇੱਕ ਸਰੀਰਕ ਅਤੇ ਇੱਕ ਇੰਸਟਰੂਮੈਂਟਸ ਦੇ ਥਰੂ। ਭਰਤ ਮੁਨੀ ਜਿਨ੍ਹਾਂ ਨੇ ਨਾਟਯ ਸ਼ਾਸਤਰ ਦੀ ਰਚਨਾ ਕਰੀ, ਉਹਨਾਂ ਨੇ ਵੀ 7 ਸਵਰਾਂ ਦੀ ਜਿਹੜੀ ਪਹਿਲੀ ਅਭਿਵਿਅਕਤੀ ਦਾ ਸਥਾਨ ਸਰੀਰ ਨੂੰ ਹੀ ਦੱਸਿਆ ਹੈ, ਅਤੇ ਸੈਕਿੰਡ ਨੰਬਰ 'ਤੇ ਦੂਜੇ ਨੰਬਰ 'ਤੇ ਉਹਨਾਂ ਨੇ ਵੀਣਾ ਆਦਿ ਜਾਂ ਹੋਰ ਜਿਹੜੇ ਇੰਸਟਰੂਮੈਂਟ ਹੈ ਉਹਨਾਂ ਦੇ ਉੱਤੇ ਜਿਹੜੀ ਸਵਰਾਂ ਦੀ ਸਥਾਪਨਾ ਕੀਤੀ ਗਈ ਹੈ ਉਸ ਨੂੰ ਆਹਤ ਨਾਦ ਦਾ ਪ੍ਰਕਾਰ ਮੰਨਿਆ ਹੈ। ਇਸ ਤੋਂ ਇਲਾਵਾ ਆਹਤ ਨਾਦ ਦੀ ਉਤਪੱਤੀ ਹੈ, ਜਿਹੜਾ ਇਹ ਨਾਦ ਉਤਪੰਨ ਹੁੰਦਾ ਹੈ ਆਹਤ ਨਾਦ, ਉਹ 3 ਤਰ੍ਹਾਂ ਨਾਲ ਉਤਪੰਨ ਮੰਨਿਆ ਗਿਆ ਹੈ। ਪਹਿਲਾ ਪ੍ਰਕਾਰ ਹੈ ਜੇ ਕਿਸੇ ਇੱਕ ਵਸਤੂ ਦੇ ਉੱਪਰ ਦੂਸਰੀ ਵਸਤੂ ਦਾ ਆਘਾਤ ਯਾਨੀ ਕਿ ਚੋਟ ਹੁੰਦੀ ਹੈ ਤਾਂ ਉਸ ਚੋਟ ਦੇ ਪ੍ਰਯੋਗ ਦੇ ਦੁਆਰਾ ਆਵਾਜ਼ ਜਿਹੜੀ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਕਿ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਤਬਲਾ ਹੈ, ਤਬਲੇ ਇੰਸਟਰੂਮੈਂਟ ਦੇ ਉੱਤੇ ਹੱਥ ਦੇ ਨਾਲ ਆਪਾਂ ਚੋਟ ਜਾਂ ਆਘਾਤ ਕਰਦੇ ਹਾਂ ਤਾਂ ਉਸ ਦੇ ਵਿੱਚੋਂ ਸਾਊਂਡ ਪੈਦਾ ਹੁੰਦੀ ਹੈ, ਧੁਨੀ ਪੈਦਾ ਹੁੰਦੀ ਹੈ। ਇਸੇ ਤਰੀਕੇ ਨਾਲ ਕੋਈ ਵੀ ਦੋ ਵਸਤੂਆਂ ਨੂੰ ਆਪਸ ਦੇ ਵਿੱਚ ਰਗੜਨ ਦੇ ਨਾਲ, ਜਿਸ ਤਰ੍ਹਾਂ ਕਿ ਇੰਸਟਰੂਮੈਂਟ ਹੈ ਸਾਰੰਗੀ ਦੇ ਉੱਪਰ ਜਾਂ ਵਾਇਲਿਨ ਦੇ ਉੱਪਰ ਗੱਜ ਰਗੜਿਆ ਜਾਂਦਾ ਹੈ ਤਾਂ ਉਹਨਾਂ ਦੇ ਵਿੱਚੋਂ ਸਵਰ ਜਾਂ ਸਾਊਂਡ ਉਤਪੰਨ ਹੁੰਦੀ ਹੈ। ਤੀਸਰਾ ਪ੍ਰਕਾਰ ਹੈ ਜਦੋਂ ਕਿ ਕਿਸੇ ਵਸਤੂ ਦੇ ਵਿੱਚ ਹਵਾ ਦਾ ਪ੍ਰਵੇਸ਼ ਹੁੰਦਾ ਹੈ ਜਾਂ ਇੰਸਟਰੂਮੈਂਟਸ ਦੇ ਵਿੱਚ ਵੀ ਹਵਾ ਦੇ ਪ੍ਰਵੇਸ਼ ਦੁਆਰਾ ਸਾਊਂਡ ਪੈਦਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਇਹਦੇ ਐਗਜ਼ਾਮਪਲ ਦੇ ਵਿੱਚ ਆਪਾਂ ਹਾਰਮੋਨੀਅਮ ਨੂੰ ਲੈ ਸਕਦੇ ਹਾਂ। ਹਾਰਮੋਨੀਅਮ ਦੇ ਵਿੱਚ ਵੀ ਜਦੋਂ ਹਵਾ ਦਾ ਪ੍ਰਵੇਸ਼ ਹੁੰਦਾ ਹੈ ਤਾਂ ਆਵਾਜ਼ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਬਾਂਸੁਰੀ ਹੈ, ਬੀਨ ਹੈ, ਇਸ ਤਰ੍ਹਾਂ ਦੇ ਇੰਸਟਰੂਮੈਂਟ ਜਿਨ੍ਹਾਂ ਦੇ ਵਿੱਚੋਂ ਹਵਾ ਨਾਲ ਜਾਂ ਫੂਕ ਦੇ ਨਾਲ ਇੰਸਟਰੂਮੈਂਟਸ ਦੇ ਵਿੱਚੋਂ ਸਾਊਂਡ ਪੈਦਾ ਹੁੰਦੀ ਹੈ। ਤਾਂ ਇਹ 3 ਤਰ੍ਹਾਂ ਦੇ ਜਿਹੜੇ ਆਹਤ ਨਾਦ ਦੀ ਉਤਪੱਤੀ ਦੇ ਤਰੀਕੇ ਦੱਸੇ ਗਏ ਨੇ। ਹੁਣ ਹੈ ਕਿ ਜਿਹੜੇ ਨਾਦ ਹੈ ਪੈਦਾ ਹੋ ਰਹੀ ਹੈ, ਕੋਈ ਵੀ ਉਚਾਰਨ ਦੇ ਜਿਹੜੇ ਉਹਨਾਂ ਦੇ ਸਥਾਨ ਹੈ ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ। ਗੁਣੀ ਜਨਾਂ ਨੇ ਆਪਸੀ ਸਹਿਮਤੀ ਦੇ ਨਾਲ ਨਾਦ ਦੇ ਉਚਾਰਨ ਦੇ 3 ਸਥਾਨ ਦੱਸੇ ਹਨ। ਪਹਿਲਾ ਤਾਂ ਨਾਭੀ ਯਾਨੀ ਕਿ ਧੁਨੀ, ਦੂਸਰਾ ਕੰਠ, ਤੀਸਰਾ ਤਾਲੂ। ਇਹਨਾਂ 3 ਸਥਾਨਾਂ ਤੋਂ ਉਤਪੰਨ ਹੋਏ ਜਿਹੜੇ ਨਾਦ ਹੈ ਇੱਕ ਦੂਸਰੇ ਤੋਂ ਸੁਣਨ ਦੇ ਵਿੱਚ ਭਿੰਨ ਲੱਗ ਸਕਦੇ ਨੇ, ਅਤੇ ਇਸ ਭਿੰਨਤਾ ਦਾ ਜਿਹੜਾ ਆਧਾਰ ਹੈ ਉਹਦੇ ਅਨੁਸਾਰ ਇਹ ਜਿਹੜੀ ਆਵਾਜ਼ ਹੈ ਜਾਂ ਨਾਦ ਹੈ ਕਦੀ ਭਾਰੀ ਵੀ ਹੋ ਸਕਦੀ ਹੈ ਜਾਂ ਮੱਧਮ ਹੋ ਸਕਦੀ ਹੈ ਜਾਂ ਬਿਲਕੁਲ ਬਾਰੀਕ ਵੀ ਹੋ ਸਕਦੀ ਹੈ। ਇਹਨਾਂ ਦੇ ਆਧਾਰ 'ਤੇ ਹੀ ਨਾਦ ਹੈ ਜਿਹੜਾ ਇਹਨਾਂ ਦੇ 3 ਲੱਛਣ ਮੰਨੇ ਗਏ ਹਨ ਜਾਂ ਨਾਦ ਦੇ ਆਪਾਂ 3 ਗੁਣ ਕਹਿ ਸਕਦੇ ਹਾਂ, ਉਹਨਾਂ ਦੀ ਕੁਆਲਿਟੀ ਕਹਿ ਸਕਦੇ ਹਾਂ ਕਿ ਨਾਦ ਦੀ ਜਿਹੜੀ ਕੁਆਲਿਟੀ ਹੈ ਉਹਦੇ 3 ਟਾਈਪਸ ਨੇ, ਅਤੇ ਉਹ ਹੈ ਨਾਦ ਦਾ ਉੱਚਾ ਨੀਵਾਪਨ ਯਾਨੀ ਕਿ ਤਾਰਤਾ, ਆਪਾਂ ਉਹਨੂੰ ਉਹਦੀ ਪਿੱਚ ਤੋਂ ਪਹਿਚਾਣ ਸਕਦੇ ਹਾਂ। ਦੂਸਰਾ ਹੈ ਨਾਦ ਦਾ ਛੋਟਾਪਨ ਅਤੇ ਵੱਡਾਪਨ, ਯਾਨੀ ਕਿ ਨਾਦ ਆ ਜਿਹੜੀ ਕਿੰਨੀ ਤੀਵਰਤਾ ਨਾਲ ਪੈਦਾ ਹੋ ਰਿਹਾ ਹੈ, ਯਾਨੀ ਉਹਦੇ ਮੈਗਨੀਟਿਊਡ, ਉਹਦੇ ਰੂਪ ਕਿਸ ਤਰ੍ਹਾਂ ਦੇ ਬਣ ਰਹੇ ਨੇ, ਉਸ ਰੂਪ ਦੇ ਵਿੱਚ ਕੀ ਅੰਤਰ ਹੈ, ਤਾਂ ਉਹ ਹੈ ਦੂਸਰਾ ਕਾਰਨ। ਤੀਸਰਾ ਲੱਛਣ ਇਹਦਾ ਹੈ ਨਾਦ ਦੀ ਜਾਤੀ
ਜਾਂ ਗੁਣ, ਯਾਨੀ ਕਿ ਉਹਦੀ ਕੁਆਲਿਟੀ ਕੀ ਹੈ, ਨਾਦ ਕਿਸ ਤਰ੍ਹਾਂ ਦੀ ਕੁਆਲਿਟੀ ਦੇ ਅਨੁਸਾਰ ਸਾਡੇ ਤੱਕ ਪਹੁੰਚ ਰਿਹਾ ਹੈ। ਤਾਂ ਹੁਣ ਆਪਾਂ ਇਹ ਚੀਜ਼ਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੈ ਜੀ ਨਾਦ ਦਾ ਵੱਡਾ ਛੋਟਾਪਨ। ਜਿਹੜਾ ਨਾਦ ਦਾ ਵੱਡਾ ਛੋਟਾਪਨ ਹੈ ਉਹ ਜਿਸ ਤਰ੍ਹਾਂ ਆਪਾਂ ਨਾਦ ਨੂੰ ਪੈਦਾ ਕਰਨ ਦੇ ਲਈ ਜਾਂ ਆਵਾਜ਼ ਆਪਾਂ ਨੂੰ ਕੋਈ ਹੌਲੀ ਸੁਣਾਈ ਦਿੰਦੀ ਹੈ ਅਤੇ ਕੋਈ ਆਵਾਜ਼ ਆਪਾਂ ਨੂੰ ਜ਼ੋਰ ਦੇ ਨਾਲ ਵੀ ਸੁਣਾਈ ਦਿੰਦੀ ਹੈ, ਤਾਂ ਉਹਨੂੰ ਜੇ ਜ਼ੋਰ ਦੇ ਨਾਲ ਸੁਣਾਈ ਦੇ ਰਹੀ ਹੈ ਤਾਂ ਉਹਨੂੰ ਕਹਾਂਗੇ ਨਾਦ ਦਾ ਵੱਡਾਪਨ। ਅਤੇ ਜੇ ਨਾਦ ਸਾਨੂੰ ਹੌਲੀ ਸੁਣਾਈ ਦੇ ਰਿਹਾ, ਆਵਾਜ਼ ਸਾਡੇ ਤੱਕ ਹੌਲੀ ਪਹੁੰਚ ਰਹੀ ਹੈ, ਤਾਂ ਉਹਨੂੰ ਕਹਾਂਗੇ ਨਾਦ ਦਾ ਛੋਟਾਪਨ। ਅਤੇ ਇਹ ਆਵਾਜ਼ ਦੇ ਉਤਪੰਨ ਕਰਨ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਹਦੇ 'ਤੇ ਕਿੰਨੀ ਕੁ ਫੋਰਸ ਲਗਾ ਰਹੇ ਹਾਂ। ਜੇ ਤਾਂ ਆਵਾਜ਼ ਹੌਲੀ ਉਤਪੰਨ ਹੋਏਗੀ ਤਾਂ ਉਹ ਘੱਟ ਦੂਰੀ ਤੱਕ ਸੁਣਾਈ ਦੇਗੀ। ਜੇ ਆਵਾਜ਼ ਜ਼ੋਰ ਦੀ ਉਤਪੰਨ ਹੋ ਰਹੀ ਹੈ, ਜ਼ਿਆਦਾ ਉੱਚੀ ਸਾਊਂਡ ਆ ਰਹੀ ਹੈ, ਤਾਂ ਉਹ ਦੂਰ ਤੱਕ ਸੁਣਾਈ ਦੇਵੇਗੀ। ਅਤੇ ਇਸੇ ਤਰੀਕੇ ਨਾਲ ਸਾਡਾ ਦੂਸਰਾ ਜਿਹੜਾ ਪੁਆਇੰਟ ਹੈ ਉਹ ਹੈ ਨਾਦ ਦੀ ਜਾਤੀ। ਹੁਣ ਜਾਤੀ ਹੈ ਜਿਹੜਾ ਇਹ ਗੁਣ ਹੈ, ਇਹ ਪਤਾ ਲੱਗਦਾ ਕਿ ਆਵਾਜ਼ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ ਉਹ ਕਿਸੇ ਮਨੁੱਖ ਦੀ ਹੈ। ਇਹ ਉਸ ਦੀ ਜਾਤੀ ਦੱਸਦੀ ਹੈ ਕਿ ਜਾਂ ਪਸ਼ੂ ਦੀ ਹੈ ਜਾਂ ਪੰਛੀ ਦੀ ਹੈ ਜਾਂ ਕਿਸੇ ਇੰਸਟਰੂਮੈਂਟ ਦੀ ਹੈ। ਨਾਦ ਦਾ ਜਿਹੜਾ ਇਹ ਗੁਣ ਹੈ ਇਹ ਠੀਕ ਤਰ੍ਹਾਂ ਨਾਲ ਪਹਿਚਾਣ ਕਰਨ ਦੇ ਵਿੱਚ ਸਾਨੂੰ ਮਦਦ ਕਰਦਾ ਹੈ ਬਹੁਤ। ਜਿਸ ਤਰ੍ਹਾਂ ਕਿ ਕਈ ਵਾਰੀ ਆਪਾਂ ਕਿਸੇ ਸਾਜ਼ ਨੂੰ ਬਿਨਾਂ ਦੇਖੇ ਹੀ ਕੇਵਲ ਕੰਨਾਂ ਨਾਲ ਸੁਣ ਕੇ ਪਹਿਚਾਣ ਲੈਂਦੇ ਹਾਂ ਕਿ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ ਸਿਤਾਰ ਦੀ ਹੈ ਜਾਂ ਤਬਲੇ ਦੀ ਹੈ ਜਾਂ ਕਿਸੇ ਹੋਰ ਇੰਸਟਰੂਮੈਂਟ ਦੀ ਹੈ। ਤਾਂ ਇਹ ਜਿਹੜੀ ਜਾਤੀ ਹੈ ਇਹ ਨਾਦ ਦਾ ਇੱਕ ਗੁਣ ਹੈ, ਇੱਕ ਕੁਆਲਿਟੀ ਹੈ। ਇਹ ਉਸ ਦੀ ਜਾਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਾਦ ਹੈ ਜਿਹੜਾ ਇਹ ਪੈਦਾ ਹੋ ਰਹੀ ਆਵਾਜ਼ ਹੈ ਕਿਸੇ ਮਨੁੱਖ ਦੀ ਹੈ ਜਾਂ ਕਿਸੇ ਹੋਰ ਚੀਜ਼ ਦੀ ਹੈ। ਜਿਹੜਾ ਥਰਡ ਹੈ ਉਹ ਹੈ ਨਾਦ ਦਾ ਉੱਚਾ ਨੀਵਾਂਪਨ ਜਾਂ ਉਹਦੀ ਧਾਰਤਾ। ਇਸ ਦਾ ਅਰਥ ਇਹ ਹੈ ਕਿ ਨਾਦ ਦਾ ਜਿਹੜਾ ਗੁਣ ਹੈ ਉਸ ਗੁਣ ਦੇ ਦੁਆਰਾ ਪਤਾ ਚੱਲਦਾ ਹੈ ਕਿ ਆਵਾਜ਼ ਜਿਹੜੀ ਪੈਦਾ ਹੋ ਰਹੀ ਹੈ ਉਹ ਉੱਚੀ ਹੈ ਕਿ ਨੀਵੀਂ ਹੈ। ਜਿਸ ਤਰ੍ਹਾਂ ਕਿ ਜੇ ਆਪਾਂ ਸਵਰਾਂ ਦੀ ਗੱਲ ਕਰੀਏ, ਸ ਤੋਂ ਉੱਚੀ ਆਵਾਜ਼ ਰੇ ਦੀ ਹੁੰਦੀ ਹੈ, ਰੇ ਤੋਂ ਉੱਚੀ ਗ ਦੀ ਹੈ। ਇਸੇ ਤਰੀਕੇ ਨਾਲ ਹਰ ਜਿਹੜਾ ਅੱਗੇ ਅੱਗੇ ਸਵਰ ਆਉਂਦਾ ਜਾਏਗਾ ਉਹਦੀ ਆਵਾਜ਼ ਪਿਛਲੇ ਸਵਰ ਤੋਂ ਉੱਚੀ ਹੁੰਦੀ ਜਾਏਗੀ। ਇਸ ਤਰ੍ਹਾਂ ਨਾਲ ਆਵਾਜ਼ ਦਾ ਜਿਹੜਾ ਇੱਕ ਨੀਵਾਂਪਣ ਹੈ ਉਹ ਜਾਂ ਉੱਚਾਪਣ ਹੈ, ਆਵਾਜ਼ ਹੈ ਜਿਹੜੀ ਹਰ ਸੈਕਿੰਡ ਦੇ ਵਿੱਚ ਜਿਹੜੇ ਉਹਦੇ ਹੋਣ ਵਾਲੀ ਅੰਦੋਲਨ ਸੰਖਿਆ ਹੈ ਉਹਦੇ ਉੱਤੇ ਨਿਰਭਰ ਕਰਦਾ ਹੈ ਕਿ ਇੱਕ ਸਕਿੰਟ ਦੇ ਵਿੱਚ ਜਿੰਨੇ ਜ਼ਿਆਦਾ ਅੰਦੋਲਨ ਹੋਣਗੇ ਓਨੀ ਹੀ ਜ਼ਿਆਦਾ ਉੱਚੀ ਆਵਾਜ਼ ਹੋਏਗੀ। ਜੇ ਸੈਕਿੰਡ ਦੇ ਵਿੱਚ ਅੰਦੋਲਨਾਂ ਦੀ ਸੰਖਿਆ ਘਟਦੀ ਜਾਏਗੀ, ਘੱਟ ਹੋਵੇਗੀ, ਤਾਂ ਆਵਾਜ਼ ਓਨੀ ਹੀ ਨੀਵੀਂ ਹੋਏਗੀ। ਇਸੇ ਤਰੀਕੇ ਨਾਲ 7 ਸਵਰਾਂ ਦੀ ਅੰਦੋਲਨ ਸੰਖਿਆ ਸਾਡੇ ਕੋਲ ਹੈ। ਜਿਸ ਤਰ੍ਹਾਂ ਸ ਦੀ 240, ਰੇ 270, ਗ 300, ਮ 320, ਪ 360, ਧ 400 ਔਰ ਨੀ 450। ਇਹ ਸਾਰੀ ਇਹਨਾਂ ਦੀ ਅੰਦੋਲਨ ਸੰਖਿਆ ਇਸੇ ਤਰੀਕੇ ਨਾਲ ਕ੍ਰਮਵਾਰ ਮੰਨੀ ਗਈ ਹੈ। ਤਾਂ ਇੱਥੇ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਨਾਦ ਦੇ ਜਿਹੜੇ ਛੋਟੇਪਨ ਜਾਂ ਵੱਡੇਪਨ ਦਾ ਸੰਬੰਧ ਹੈ ਨਾਦ ਦੀ ਅੰਦੋਲਨ ਸੰਖਿਆ ਨਾਲ ਨਹੀਂ ਹੁੰਦਾ, ਪਰੰਤੂ ਨਾਦ ਦੇ ਉੱਚੇ ਨੀਵੇਂਪਨ ਦਾ ਸਿੱਧਾ ਸੰਬੰਧ ਹੀ ਹੈ ਜਿਹੜਾ ਉਹ ਨਾਦ ਦੀ ਅੰਦੋਲਨ ਸੰਖਿਆ ਦੇ ਨਾਲ ਹੁੰਦਾ ਹੈ। ਔਰ ਇਸ ਚਾਰਟ ਦੇ ਦੁਆਰਾ ਆਪਾਂ ਸਮਝ ਸਕਦੇ ਹਾਂ ਕਿ ਨਾਦ ਹੈ ਜਿਹੜਾ ਮੂਲ ਹੈ ਅਤੇ ਉਹਦੀਆਂ ਅੱਗੇ 2 ਟਾਈਪਸ ਨੇ, ਆਹਤ ਨਾਦ ਅਤੇ ਅਨਾਹਤ ਨਾਦ। ਅਤੇ ਇਹਦੇ ਜਿਹੜੇ ਗੁਣ ਨੇ ਜਾਂ ਲੱਛਣ ਨੇ ਉਹ 3 ਪ੍ਰਕਾਰ ਦੇ ਨੇ: ਨਾਦ ਦਾ ਛੋਟਾ ਵੱਡਾਪਨ, ਨਾਦ ਦੀ ਜਾਤੀ ਔਰ ਨਾਦ ਦਾ ਉੱਚਾ ਨੀਵਾਂਪਨ। ਸੋ ਆਈ ਹੋਪ ਕਿ ਇਹ ਕਲੀਅਰ ਹੋਇਆ ਹੋਏਗਾ ਇਸ ਚਾਰਟ ਦੇ ਥਰੂ ਕਾਫੀ ਹੱਦ ਤੱਕ। ਸੋ ਥੈਂਕਸ ਯੂ ਆਲ ਵੈਰੀ ਵੈਰੀ ਮਚ। ਥੈਂਕ ਯੂ।